ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸਿਮਰਤ ਕੌਰ ਤੇ ਆਓ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਨਜ਼ਰ ਅੱਜ ਦੀਆਂ ਕੁਝ तमाम ਹੈਡਲਾਈਨਸ ਤੇ। ਪੀਐਨਪੀ ਦੀ ਅਰਜ਼ੀ ਦੇਣ ਲਈ ਸੱਦੇ ਹੋਏ ਪੇਸ਼ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਕੀਤੇ ਸਨ ਜਾਰੀ। ਆਈਆਰਸੀਸੀ ਵੱਲੋਂ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਆਈ ਸੀ ਵੱਡੀ ਅਪਡੇਟ। ਕੀਤੀਆਂ ਅਤੇ ਸ਼੍ਰੇਣੀਆਂ ਦੇ ਆਧਾਰ ਉੱਤੇ ਮਿਲ ਸਕਦੇ ਨੇ ਅਰਜ਼ੀ ਦਾ ਸੱਦਾ। ਵੈਂਕੂਵਰ ਟਰਾਂਸਲਿੰਕ ਵੱਲੋਂ ਯਾਤਰੀਆਂ ਲਈ ਵੱਡੀ ਅਪਡੇਟ। ਸਕਾਈ ਟ੍ਰੇਨ ਜਾਂ ਬੱਸਾਂ ਵਿੱਚ ਹੁਣ ਟੈਪ ਕਰ ਸਕਣਗੇ ਡੈਬਿਟ ਕਾਰਡ। ਨਰਸਾਂ ਲਈ ਲਾਇਸੈਂਸ ਨੂੰ ਸੁਚਾਰੂ ਬਣਾਉਣ ਦੀ ਯੋਜਨਾ। BC ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕੀਤਾ ਐਲਾਨ। ਓਨਟਾਰੀਓ ਦੀ ਅਲਨਾਜ਼ ਨੂੰ ਅਗਵਾ ਕਰਨ ਦਾ ਮਾਮਲਾ। ਜਾਣਕਾਰੀ ਦੇਣ ਵਾਲੇ ਨੂੰ $1 ਲੱਖ ਦਾ ਇਨਾਮ। ਉੱਥੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਦੇ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਯਾਨੀ PNP ਡਰਾ ਦੀ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਪੱਤਰ ਜਾਰੀ ਕਰ ਦਿੱਤਾ ਹੈ। PNP ਪ੍ਰਤੀ ਸਾਲ 1,05,000 PR ਦਾਖਲਿਆਂ ਲਈ ਖਾਤਾ ਖੋਲ੍ਹਦਾ ਹੈ। ਦੇਖੋ ਇਹ ਖਾਸ ਰਿਪੋਰਟ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ PNP ਡਰਾ ਦੇ ਉਹਨਾਂ ਦੇ ਸਭ ਤੋਂ ਤਾਜ਼ਾ ਦੌਰ ਦੁਆਰਾ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਪੱਤਰ ਜਾਰੀ ਕੀਤੇ ਨੇ। ਬਹੁਤੇ ਕੈਨੇਡੀਅਨ ਸੂਬੇ ਅਤੇ ਪ੍ਰਦੇਸ਼ ਆਪਣੇ PNP ਆਪ ਚਲਾਉਂਦੇ ਹਨ। ਇਹਨਾਂ ਪ੍ਰੋਗਰਾਮਾਂ ਰਾਹੀਂ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਸੂਬਾਈ ਨਾਮਜ਼ਦਗੀ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾ ਸਕਦਾ ਹੈ। ਸੂਬਾਈ ਨਾਮਜ਼ਦਗੀ ਪ੍ਰਾਪਤ ਕਰਨਾ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਲਾਭਦਾਇਕ ਹੋ ਸਕਦਾ ਹੈ। ਕਿਊਬੈਕ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਪ੍ਰਬੰਧ ਸੂਬੇ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੋਂ ਵੱਖਰੇ ਹਨ। ਕਿਊਬੈਕ ਇਕਲੌਤਾ ਅਜਿਹਾ ਸੂਬਾ ਹੈ ਜਿਸ ਦਾ ਸਾਰੇ ਆਰਥਿਕ ਵਰਗ ਦੇ ਪ੍ਰਵਾਸੀਆਂ ਉੱਤੇ ਕੰਟਰੋਲ ਹੈ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪ੍ਰਤੀ ਸਾਲ 1,05,000 PR ਦਾਖਲਿਆਂ ਲਈ ਖਾਤਾ ਖੋਲ੍ਹਦਾ ਹੈ। ਇਹ 1998 ਵਿੱਚ ਸ਼ੁਰੂ ਹੋਇਆ ਸੀ ਅਤੇ PNP ਦਾਖਲਿਆਂ ਦੀ ਸਾਲਾਨਾ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ। ਫੈਡਰਲ ਅਤੇ ਸੂਬਾਈ ਸਰਕਾਰਾਂ ਇਸ ਨੂੰ ਸ਼ਹਿਰੀ ਕੇਂਦਰਾਂ ਤੋਂ ਬਾਹਰ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਮੰਨਦੀਆਂ ਨੇ। ਬ੍ਰਿਟਿਸ਼ ਕੋਲੰਬੀਆ ਨੇ 4 ਜਨਵਰੀ ਨੂੰ ਇੱਕ ਆਮ ਡਰਾ ਵਿੱਚ ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ 160 ਤੋਂ ਵੱਧ ਸੱਦੇ ਜਾਰੀ ਕੀਤੇ ਸੀ। ਹੁਨਰਮੰਦ ਵਰਕਰ ਅਤੇ ਅੰਤਰਰਾਸ਼ਟਰੀ ਗ੍ਰੈਜੂਏਟ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤੇ ਗਏ ਸਨ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ, ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਉਮੀਦਵਾਰ ਵੀ ਸ਼ਾਮਿਲ ਸਨ। ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੇ ਉਮੀਦਵਾਰਾਂ ਲਈ ਘੱਟੋ-ਘੱਟ SIRS ਸਕੋਰ 105 ਦੀ ਲੋੜ ਹੁੰਦੀ ਹੈ ਤੇ ਐਂਟਰੀ ਲੈਵਲ ਅਤੇ ਅਰਧ ਹੁਨਰਮੰਦ ਉਮੀਦਵਾਰਾਂ ਲਈ 80 ਤੋਂ ਉੱਤੇ ਦਾ ਸਕੋਰ ਲਿਆਉਣਾ ਜ਼ਰੂਰੀ ਹੁੰਦਾ ਹੈ। SIRS ਐਕਸਪ੍ਰੈਸ ਐਂਟਰੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਯਾਨੀ CRS ਵਾਂਗ ਕੰਮ ਕਰਦਾ ਹੈ, ਪਰ ਇਹ ਸਿਰਫ ਬ੍ਰਿਟਿਸ਼ ਕੋਲੰਬੀਆ ਲਈ ਹੀ ਵਰਤਿਆ ਜਾਂਦਾ ਹੈ। PNP ਮੈਨੀਟੋਬਾ ਨੇ 29 ਦਸੰਬਰ ਨੂੰ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਰਾਹੀਂ 280 ਉਮੀਦਵਾਰਾਂ ਨੂੰ ਸੱਦਾ ਦਿੱਤਾ ਸੀ। ਸੱਦਾ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਆਪਣੇ ਪ੍ਰੋਗਰਾਮ ਲਈ ਵਿਸ਼ੇਸ਼ ਮਾਪਦੰਡਾਂ ਦੀ ਇੱਕ ਆਧਾਰ ਲਾਈਨ ਨੂੰ ਪੂਰਾ ਕਰਨਾ ਲਾਜ਼ਮੀ ਹੈ। ਪ੍ਰੋਵਿੰਸ NOC 2016 ਦੇ ਤਹਿਤ 16 ਨਵੰਬਰ ਤੋਂ ਪਹਿਲਾਂ ਪ੍ਰਾਪਤ ਹੋਏ ਸਾਰੇ ਐਕਸਪ੍ਰੈਸ਼ਨ ਆਫ ਇੰਟਰਸਟ EOI ਉੱਤੇ ਕਾਰਵਾਈ ਕਰਨਾ ਜਾਰੀ ਰੱਖੇਗਾ। 16 ਦਸੰਬਰ ਨੂੰ ਜਾਂ ਇਸ ਤੋਂ ਬਾਅਦ ਪ੍ਰਾਪਤ ਹੋਏ ਕਿਸੇ ਵੀ EOI ਦਾ ਮੁਲਾਂਕਣ NOC 2021 ਦੇ ਤਹਿਤ ਕੀਤਾ ਜਾਵੇਗਾ। ਉੱਥੇ ਐਕਸਪ੍ਰੈਸ ਐਂਟਰੀ ਦੇ ਉਮੀਦਵਾਰਾਂ ਨੂੰ ਮਿਲ ਸਕਦਾ ਹੈ ITA ਯਾਨੀ ਕਿ ਅਰਜ਼ੀ ਦੇ ਲਈ ਸੱਦਾ। ਜੀ ਹਾਂ, IRCC ਵੱਲੋਂ ਮੁਲਾਂਕਣ ਲਈ 4 ਹੋਰ ਸ਼੍ਰੇਣੀਆਂ ਯਾਨੀ ਕੈਟਾਗਰੀਜ਼ ਨੂੰ ਪੇਸ਼ ਕੀਤਾ ਗਿਆ ਜੋ ਕਿ ਨੇ ਆਕੂਪੇਸ਼ਨਲ ਬੈਕਗ੍ਰਾਉਂਡ, ਸੈਕਟਰਸ ਆਫ ਇਕਨੋਮੀ ਜਿਨ੍ਹਾਂ ਕੋਲ ਲੇਬਰ ਸ਼ਾਰਟੇਜ ਹੈ, ਟੈਂਪਰੇਰੀ ਰੈਜ਼ੀਡੈਂਟਸ ਅਤੇ ਉਮੀਦਵਾਰਾਂ ਜਿਨ੍ਹਾਂ ਨੂੰ ਫ੍ਰੈਂਚ ਭਾਸ਼ਾ ਆਉਂਦੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਹਾਲ ਹੀ ਵਿੱਚ ਕੈਨੇਡਾ ਦੀਆਂ ਆਰਥਿਕ ਲੋੜਾਂ ਅਤੇ ਮਜ਼ਦੂਰਾਂ ਦੀ ਕਮੀ ਨੂੰ ਬਿਹਤਰ ਨਿਸ਼ਾਨਾ ਬਣਾਉਣ ਲਈ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਨੂੰ ਅਨੁਕੂਲ ਬਣਾਉਣ ਲਈ ਜਨਤਾ ਅਤੇ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਹੈ। ਵਿਭਾਗ ਨੇ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਬਣਾ ਕੇ ਅਜਿਹਾ ਕਰਨ ਦੀ ਯੋਜਨਾ ਬਣਾਈ ਹੈ ਕਿ ਵਿਆਪਕ ਦਰਜਾਬੰਦੀ ਸਿਸਟਮ ਯਾਨੀ CRS ਦੇ ਅੰਦਰ ਸਿਰਫ ਉੱਚ ਸਕੋਰ ਉੱਤੇ ਹੋਣ ਦੀ ਬਜਾਏ ਵਿਦਾਇਕ ਪ੍ਰਮਾਣ ਪੱਤਰ
ਕੰਮ ਦਾ ਤਜਰਬਾ ਜਾਂ ਸਰਕਾਰੀ ਭਾਸ਼ਾ ਦੇ ਗਿਆਨ ਵਰਗੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। IRCC ਨੇ ਕਿਹਾ ਕਿ ਉਹ ਕਿੱਤਾ ਮੁਖੀ ਪਿਛੋਕੜ, ਲੇਬਰ ਦੀ ਘਾਟ ਵਾਲੇ ਅਰਥਚਾਰੇ ਦੇ ਖੇਤਰਾਂ ਵਿੱਚ ਚਾਹੇ ਉਮੀਦਵਾਰ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਸਥਾਈ ਵਿਦੇਸ਼ੀ ਕਾਮਿਆਂ ਵਜੋਂ ਕੈਨੇਡਾ ਵਿੱਚ ਰਹਿ ਰਿਹਾ ਹੋਣ ਅਤੇ ਉਮੀਦਵਾਰਾਂ ਦੀ ਫ੍ਰੈਂਚ ਭਾਸ਼ਾ ਦੀ ਮੁਹਾਰਤ ਦੇ ਆਧਾਰ ਉੱਤੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦੇਣ ਉੱਤੇ ਵਿਚਾਰ ਕੀਤਾ ਜਾ ਰਿਹਾ। ਐਕਸਪ੍ਰੈਸ ਐਂਟਰੀ ਇੱਕ ਪ੍ਰਣਾਲੀ ਹੈ ਜਿਸ ਦੇ ਤਹਿਤ ਹੁਨਰਮੰਦ ਕਾਮੇ 3 ਇਮੀਗ੍ਰੇਸ਼ਨ ਮਾਰਗਾਂ ਵਿੱਚੋਂ ਇੱਕ ਦੁਆਰਾ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ, ਜੋ ਕਿ ਨੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ। ਤੁਹਾਨੂੰ ਦੱਸ ਦਈਏ, ਵਰਤਮਾਨ ਵਿੱਚ ਯੋਗ ਉਮੀਦਵਾਰ ਜੋ ਇਹਨਾਂ ਪ੍ਰੋਗਰਾਮਾਂ ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦਿੰਦੇ ਹਨ, ਉਹਨਾਂ ਨੂੰ CRS ਦੀ ਵਰਤੋਂ ਕਰਕੇ ਇੱਕ ਅੰਕ ਦਿੱਤਾ ਜਾਂਦਾ ਹੈ। ਸਭ ਤੋਂ ਵੱਧ ਸਕੋਰਾਂ ਵਾਲੇ ਲੋਕਾਂ ਨੂੰ ਅਰਜ਼ੀ ਦੇਣ ਲਈ ਸੱਦਾ ਯਾਨੀ ITA ਪ੍ਰਾਪਤ ਹੋਣ ਦੀ ਸਭ ਤੋਂ ਵੱਧ ਉਮੀਦ ਸੰਭਾਵਨਾ ਕੀਤੀ ਜਾ ਰਹੀ ਹੈ। ਸਲਾਹ ਮਸ਼ਵਰੇ ਸਾਲਾਨਾ ਇਮੀਗ੍ਰੇਸ਼ਨ ਲੈਵਲ ਪਲਾਨ ਬਣਾਉਣ ਲਈ ਵਰਤੇ ਗਏ ਉਸੇ ਤਰੀਕੇ ਦੀ ਸਫਲਤਾ ਉੱਤੇ ਆਧਾਰਿਤ ਹੈ ਜੋ 3 ਸਾਲਾਂ ਲਈ ਕੈਨੇਡਾ ਦੇ ਸਾਲਾਨਾ ਇਮੀਗ੍ਰੇਸ਼ਨ ਟੀਚਿਆਂ ਨੂੰ ਨਿਰਧਾਰਿਤ ਕਰਦਾ ਹੈ। ਸਲਾਹ ਮਸ਼ਵਰੇ ਦੇ ਨਤੀਜੇ ਹਲੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਨੇ ਕਿਉਂਕਿ ਪ੍ਰਕਿਰਿਆ ਹਾਲ ਹੀ ਵਿੱਚ 8 ਜਨਵਰੀ 2023 ਨੂੰ ਖਤਮ ਹੋਈ ਸੀ। ਹਾਲਾਂਕਿ IRCC ਨੇ ਕਿਹਾ ਕਿ ਇਸ ਸਾਲ ਬਸੰਤ ਵਿੱਚ ਨਿਸ਼ਾਨਾ ਡਰਾਅ ਸ਼ੁਰੂ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇੱਕ ਵਾਰ ਮੰਤਰੀ ਦੁਆਰਾ ਸ਼੍ਰੋਣੀਆਂ ਦਾ ਫੈਸਲਾ ਕੀਤਾ ਜਾਂਦਾ ਹੈ, ਸੱਦਾ ਜਾਰੀ ਕੀਤੇ ਜਾਣ ਤੋਂ ਪਹਿਲਾਂ ਉਹਨਾਂ ਦਾ ਐਲਾਨ ਕੀਤਾ ਜਾਵੇਗਾ। IRCC ਇੱਕ ਅਜਿਹੀ ਸ਼੍ਰੋਣੀ ਬਣਾਉਣ ਤੇ ਵਿਚਾਰ ਕਰ ਰਿਹਾ ਹੈ ਜਿਸ ਵਿੱਚ ਖਾਸ ਕਿੱਤਿਆਂ ਜਾਂ ਖੇਤਰਾਂ ਵਿੱਚ ਕੰਮ ਦਾ ਤਜਰਬਾ ਸ਼ਾਮਿਲ ਹੋਵੇ ਜੋ ਲੰਬੇ ਸਮੇਂ ਤੱਕ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ। ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ IRCC ਨੇ ਉੱਤਰਦਾਤਾਵਾਂ ਨੂੰ ਲੰਬੇ ਸਮੇਂ ਦੀ ਘਾਟ ਦਾ ਸਾਹਮਣਾ ਕਰ ਰਹੇ ਲੇਬਰ ਬਾਜ਼ਾਰ ਦੇ ਖੇਤਰਾਂ ਨੂੰ ਰੂਪਰੇਖਾ ਤਿਆਰ ਕਰਨ ਅਤੇ ਇਸ ਬਾਰੇ ਸੁਝਾਅ ਦੇਣ ਲਈ ਕਿਹਾ ਕਿ ਇਮੀਗ੍ਰੇਸ਼ਨ ਕੈਨੇਡਾ ਦੇ ਮੌਜੂਦਾ ਕਰਮਚਾਰੀਆਂ ਨੂੰ ਕਿਵੇਂ ਪੂਰਕ ਕਰ ਸਕਦਾ ਹੈ। ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਦੇ ਨਾਲ IRCC ਇੱਕ ਸ਼੍ਰੋਣੀ ਬਣਾਉਣ ਤੇ ਵਿਚਾਰ ਕਰ ਰਿਹਾ ਹੈ ਜੋ ਐਕਸਪ੍ਰੈਸ ਐਂਟਰੀ ਰਾਹੀਂ ਵਧੇਰੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵੇਸ਼ੀ ਬਣਨ ਦੇ ਯੋਗ ਬਣਾਵੇਗਾ। ਸਲਾਹ ਮਸ਼ਵਰੇ ਵਿੱਚ ਸਟੇਕਹੋਲਡਰਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਮੌਜੂਦਾ ਸਥਾਈ ਨਿਵਾਸ ਮਾਰਗ ਲੰਬੇ ਸਮੇਂ ਵਿੱਚ ਕੈਨੇਡਾ ਦੀ ਲੇਬਰ ਫੋਰਸ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਸਥਾਈ ਵਿਦੇਸ਼ੀ ਕਾਮਿਆਂ ਦੀ ਸਪਲਾਈ ਨਾਲ ਮੇਲ ਨਹੀਂ ਖਾਂਦਾ ਹੈ। ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਗਲੋਬਲ ਪ੍ਰਤਿਭਾ ਤੱਕ ਪਹੁੰਚ ਪ੍ਰਦਾਨ ਕਰਦੇ ਹਨ ਜੋ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਕਿਉਂਕਿ ਜ਼ਰੂਰੀ ਨੌਕਰੀਆਂ ਦੀਆਂ ਅਸਾਮੀਆਂ ਭਰੀਆਂ ਜਾਂਦੀਆਂ ਹਨ। ਆਮ ਤੌਰ ਉੱਤੇ ਪਿਛਲੇ ਅਸਥਾਈ ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਪ੍ਰਵਾਸੀਆਂ ਕੋਲ ਬਿਹਤਰ ਲੇਬਰ ਮਾਰਕੀਟ ਏਕੀਕਰਨ ਪਾਇਆ ਗਿਆ ਅਤੇ ਲੋੜ ਪੈਣ ਉੱਤੇ ਆਪਣੇ ਹੁਨਰ ਨੂੰ ਤਬਦੀਲ ਕਰਨ ਲਈ ਬਿਹਤਰ ਢੰਗ ਨਾਲ ਲੈਸ ਹਨ। ਜਿਵੇਂ-ਜਿਵੇਂ ਆਬਾਦੀ ਦੀ ਉਮਰ ਵੱਧਦੀ ਜਾਂਦੀ ਹੈ, ਉੱਥੇ ਸਮਾਜਿਕ ਸੇਵਾਵਾਂ ਦੀ ਮੰਗ ਵੱਧਦੀ ਜਾਂਦੀ ਹੈ ਅਤੇ ਟੈਕਸ ਆਧਾਰ ਸੁੰਗੜਦਾ ਜਾਂਦਾ ਹੈ। ਕੈਨੇਡਾ ਦੀਆਂ ਸਮਾਜਿਕ ਪ੍ਰਣਾਲੀਆਂ ਜਿਵੇਂ ਕਿ ਹੈਲਥ ਕੇਅਰ ਜਾਂ ਸਮਰਥਨ ਕਰਨ ਲਈ ਹੁਨਰਮੰਦ ਕਾਮਿਆਂ ਦੀ ਇਮੀਗ੍ਰੇਸ਼ਨ ਨੂੰ ਵਧਾਏ ਬਿਨਾਂ ਆਬਾਦੀ ਦਾ ਸਮਰਥਨ ਕਰਨ ਵਿੱਚ ਗੰਭੀਰ ਮੁਸ਼ਕਿਲਾਂ ਹੋਣਗੀਆਂ। ਵੈਂਕੂਵਰ ਟ੍ਰਾਂਸਲਿੰਕ ਨੇ ਇੱਕ ਵੱਡਾ ਐਲਾਨ ਕੀਤਾ ਸੀ ਕਿ ਹੁਣ ਲੋਕੀ ਸਕਾਈ ਟ੍ਰੇਨਸ ਅਤੇ ਬੱਸਸ ਵਿੱਚ ਡੈਬਿਟ ਕਾਰਡ ਵੀ ਟੈਪ ਕਰ ਸਕਦੇ ਨੇ। ਟ੍ਰਾਂਜ਼ਿਟ ਅਥਾਰਟੀ ਦਾ ਕਹਿਣਾ ਹੈ ਕਿ ਇੰਟਰੈਕਟ ਕਰਨ ਵਾਲੇ ਕੋਈ ਵੀ ਡੈਬਿਟ ਕਾਰਡ ਦਾ ਇਸਤੇਮਾਲ ਹੁਣ ਕੀਤਾ ਜਾ ਸਕਦਾ ਹੈ। ਲੋਕ ਹੁਣ ਮੈਟਰੋ ਵੈਂਕੂਵਰ ਵਿੱਚ ਆਵਾਜਾਈ ਲਈ ਭੁਗਤਾਨ ਕਰਨ ਲਈ ਆਪਣੇ ਇੰਟਰੈਕਟ ਡੈਬਿਟ ਕਾਰਡ ਨੂੰ ਟੈਪ ਕਰ ਸਕਦੇ ਹਨ। ਜੀ ਹਾਂ, ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਮੈਟਰੋ ਵੈਂਕੂਵਰ ਵਿੱਚ ਯਾਤਰੀ ਹੁਣ ਬੱਸ ਜਾਂ ਸਕਾਈ ਟ੍ਰੇਨ ਦੀ ਯਾਤਰਾ ਲਈ ਭੁਗਤਾਨ ਕਰਨ ਲਈ ਆਪਣੇ ਸੰਪਰਕ ਰਹਿਤ ਡੈਬਿਟ ਕਾਰਡਾਂ ਦੀ ਵਰਤੋਂ ਕਰ ਸਕਦੇ ਹਨ। ਟ੍ਰਾਂਜ਼ਿਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਟਰੈਕਟ ਸਮਰੱਥਾ ਵਾਲੇ ਕਿਸੇ ਵੀ ਡੈਬਿਟ ਕਾਰਡ ਦੀ ਵਰਤੋਂ ਹੁਣ ਸਕਾਈ ਟ੍ਰੇਨ ਦੇ ਕਿਰਾਏ ਦੇ ਗੇਟਾਂ ਜਾਂ ਬੱਸਾਂ ਵਿੱਚ ਟੈਪ ਕਰਨ ਅਤੇ ਬਾਹਰ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਉਹਨਾਂ ਵਿਕਲਪਾਂ ਨੂੰ ਜੋੜਦਾ ਹੈ ਜੋ ਯਾਤਰੀਆਂ ਨੂੰ ਪਹਿਲਾਂ ਹੀ ਇੱਕ ਯਾਤਰਾ ਲਈ ਭੁਗਤਾਨ ਕਰਨਾ ਪੈਂਦਾ ਸੀ, ਜਿਸ ਵਿੱਚ ਟ੍ਰਾਂਸਲਿੰਕ ਦੇ ਆਪਣੇ ਕੰਪਸ ਕਾਰਡ ਅਤੇ ਰਿਸਟਬੈਂਡ, ਸੰਪਰਕ ਰਹਿਤ ਕ੍ਰੈਡਿਟ ਕਾਰਡ,
ਐਪਲ ਅਤੇ ਗੂਗਲ ਪੇ ਵਰਗੇ ਸਮਾਰਟਫੋਨ ਵਾਲਟ ਅਤੇ ਨਕਦ ਵੀ ਸ਼ਾਮਲ ਸਨ। ਟਰਾਂਸਲਿੰਕ ਨੇ ਪਹਿਲੀ ਵਾਰ 2021 ਦੇ ਅਖੀਰ ਵਿੱਚ ਘੋਸ਼ਣਾ ਕੀਤੀ ਸੀ ਕਿ ਇਹ ਇੰਟਰੈਕਟ ਡੈਬਿਟ ਨੂੰ ਇਸ ਦੇ ਭੁਗਤਾਨ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰੇਗੀ ਅਤੇ ਅਥਾਰਟੀ ਹੁਣ ਕਹਿੰਦੀ ਹੈ ਕਿ ਪੂਰੇ ਖੇਤਰ ਵਿੱਚ ਸਾਰੇ 5000 ਕੰਪਸ ਰੀਡਰਾਂ ਨੂੰ ਡੈਬਿਟ ਕਾਰਡ ਪ੍ਰਾਪਤ ਕਰਨ ਲਈ ਅਪਗ੍ਰੇਡ ਕੀਤਾ ਗਿਆ। ਟਰਾਂਸਲਿੰਕ ਦੇ CEO ਕੇਵਿਨ ਕੁਇਨ ਨੇ ਇੱਕ ਬਿਆਨ ਵਿੱਚ ਕਿਹਾ, ਉਹ ਗ੍ਰਾਹਕਾਂ ਲਈ ਆਵਾਜਾਈ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਉੱਤੇ ਕੇਂਦਰਿਤ ਹਨ ਅਤੇ ਇਹ ਅਪਗ੍ਰੇਡ ਖਾਸ ਤੌਰ ਉੱਤੇ ਉਹਨਾਂ ਲੋਕਾਂ ਨੂੰ ਲਾਭ ਪਹੁੰਚਾਏਗਾ ਜਿਨ੍ਹਾਂ ਕੋਲ ਕ੍ਰੈਡਿਟ ਕਾਰਡ ਤੱਕ ਆਸਾਨ ਪਹੁੰਚ ਨਹੀਂ ਹੋ ਸਕਦੀ। ਇੱਕ ਬਿਆਨ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਟਰਾਂਸਲਿੰਕ ਕੈਨੇਡਾ ਵਿੱਚ ਸੰਪਰਕ ਰਹਿਤ ਡੈਬਿਟ ਕਾਰਡ ਭੁਗਤਾਨਾਂ ਨੂੰ ਲਾਗੂ ਕਰਨ ਵਾਲੀ ਪਹਿਲੀ ਆਵਾਜਾਈ ਪ੍ਰਣਾਲੀ ਹੈ ਅਤੇ 2018 ਵਿੱਚ ਸੰਪਰਕ ਰਹਿਤ ਕ੍ਰੈਡਿਟ ਕਾਰਡਾਂ ਨੂੰ ਲਾਗੂ ਕਰਨ ਵਾਲੀ ਪਹਿਲੀ ਪ੍ਰਣਾਲੀ ਸੀ। ਇੰਟਰੈਕ ਇੱਕ ਵਿੱਤੀ ਅਥਾਰਟੀ ਹੈ ਜੋ ਕੈਨੇਡਾ ਦੇ ਸਾਰੇ ਪ੍ਰਮੁੱਖ ਬੈਂਕਾਂ ਲਈ ਟ੍ਰਾਂਸਫਰ ਅਤੇ ਡੈਬਿਟ ਭੁਗਤਾਨਾਂ ਦਾ ਪ੍ਰਬੰਧਨ ਕਰਦੀ ਹੈ। ਇੰਟਰੈਕ ਦੇ ਮੁੱਖ ਵਪਾਰਕ ਅਧਿਕਾਰੀ ਵਿਲੀਅਮ ਕੈਲੀਹੋਰ ਨੇ ਕਿਹਾ, ਜਦੋਂ ਟ੍ਰਾਂਸਿਟ ਅਥਾਰਟੀ ਆਪਣੇ ਨੈਟਵਰਕਾਂ ਵਿੱਚ ਇੰਟਰੈਕ ਡੈਬਿਟ ਜੋੜਦੇ ਹਨ ਤਾਂ ਉਹ ਸਵਾਰੀਆਂ ਨੂੰ ਭੁਗਤਾਨ ਦੀ ਇੱਕ ਕਿਸਮ ਦੀ ਪੇਸ਼ਕਸ਼ ਕਰ ਰਹੇ ਹਨ ਜੋ ਲਗਭਗ 30 ਮਿਲੀਅਨ ਕੈਨੇਡੀਅਨ ਪਹਿਲਾਂ ਹੀ ਰੋਜ਼ਾਨਾ ਖਰੀਦਦਾਰੀ ਲਈ ਵਰਤਦੇ ਰਹਿੰਦੇ ਹਨ। ਟਰਾਂਸਲਿੰਕ ਨੇ 2021 ਵਿੱਚ ਟ੍ਰਾਂਸਿਟ ਦੇ ਸਾਰੇ ਰੂਪਾਂ ਵਿੱਚ 224 ਮਿਲੀਅਨ ਬੋਰਡਿੰਗ ਦੇਖੇ ਜੋ ਕਿ ਪਿਛਲੇ ਪੂਰੇ ਸਾਲ ਦਾ ਡੇਟਾ ਵਿੱਚ ਸੀ। ਅਥਾਰਟੀ ਦਾ ਕਹਿਣਾ ਹੈ ਕਿ ਰਾਈਡਰਸ਼ਿਪ ਪੂਰੇ ਖੇਤਰ ਵਿੱਚ ਮਹਾਦੀਪ ਦੀਆਂ ਹੋਰ ਆਵਾਜਾਈ ਸੇਵਾਵਾਂ ਨਾਲੋਂ ਤੇਜ਼ ਰਫ਼ਤਾਰ ਨਾਲ ਮੁੜ ਰਹੀ ਹੈ। ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਵਾਧੂ ਸਪੋਰਟ ਦੇ ਲਈ ਹੋਰ ਟ੍ਰੇਨਡ ਨਰਸਿਸ ਨੂੰ ਹਾਇਰ ਕਰਨਾ ਚਾਹੁੰਦੇ ਨੇ, ਜਿਹਦੇ ਲਈ ਅੰਤਰਰਾਸ਼ਟਰੀ ਤੌਰ ਉੱਤੇ ਟ੍ਰੇਨ ਨਰਸਿਸ ਲਈ ਲਾਇਸੈਂਸ ਨੂੰ ਸੁਚਾਰੂ ਬਣਾਉਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਨੇ ਤਣਾਅਪੂਰਨ ਸਿਹਤ ਸੰਭਾਲ ਪ੍ਰਣਾਲੀ ਨੂੰ ਦਬਾਉਣ ਲਈ ਹੋਰ ਨਰਸਾਂ ਨੂੰ ਨਿਯੁਕਤ ਕਰਨ ਅਤੇ ਸਿਖਲਾਈ ਦੇਣ ਵਿੱਚ ਮਦਦ ਲਈ ਨਵੇਂ ਸਮਰਥਨ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ ਨਵੇਂ ਉਪਾਅ ਕੈਨੇਡੀਅਨ ਸਿੱਖਿਆ ਨਰਸਾਂ ਦਾ ਸਮਰਥਨ ਕਰਨਗੇ ਜੋ ਕਿ ਕਰਮਚਾਰੀ ਦਲ ਵਿੱਚ ਵਾਪਸ ਆਉਣਾ ਚਾਹੁੰਦੇ ਹਨ। ਨਾਲ ਹੀ ਅੰਤਰਰਾਸ਼ਟਰੀ ਤੌਰ ਉੱਤੇ ਸਿਖਲਾਈ ਪ੍ਰਾਪਤ ਨਰਸਾਂ ਨੂੰ ਵੀ ਜੋ BC ਵਿੱਚ ਅਭਿਆਸ ਕਰਨਾ ਚਾਹੁੰਦੇ ਹਨ। ਡੇਵਿਡ ਐਬੀ ਨੇ ਵੈਂਕੂਵਰ ਦੇ ਲੰਗਾਰਾ ਕਾਲਜ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਇੱਥੇ ਬਹੁਤ ਹੀ ਹੁਨਰਮੰਦ ਅਤੇ ਤਜਰਬੇਕਾਰ ਨਰਸਾਂ ਹਨ ਜੋ ਹੁਣ ਸਿਸਟਮ ਵਿੱਚ ਕੰਮ ਕਰਨਾ ਚਾਹੁੰਦੇ ਨੇ, ਪਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਲੋੜੀਂਦਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਸਿੱਖਿਅਤ ਨਰਸਾਂ ਲਈ ਸਰਕਾਰ ਸਿਸਟਮ ਵਿੱਚ ਮੁੜ ਦਾਖਲ ਹੋਣ ਲਈ ਮੌਜੂਦਾ ਨਰਸਾਂ ਲਈ ਅਰਜ਼ੀਆਂ, ਮੁਲਾਂਕਣਾਂ ਅਤੇ ਯੋਗ ਯਾਤਰਾ ਖਰਚਾ ਨੂੰ ਕਵਰ ਕਰਨ ਲਈ $4,000 ਤੱਕ ਵਿੱਤੀ ਸਹਾਇਤਾ ਵੀ ਪੇਸ਼ ਕਰੇਗੀ। ਕਿਸੇ ਵੀ ਵਾਧੂ ਸਿੱਖਿਆ ਲਈ $10,000 ਤੱਕ ਦੀ ਬਰਸਰੀ ਵੀ ਹੋਵੇਗੀ ਜਿਸ ਦੀ ਉਹਨਾਂ ਨੂੰ ਕੰਮ ਤੋਂ ਵਾਪਸ ਜਾਣ ਲਈ ਲੋੜ ਪੈ ਸਕਦੀ ਹੈ। ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਨਰਸਾਂ ਲਈ ਐਬੀ ਨੇ ਕਿਹਾ ਹੈ ਕਿ ਪ੍ਰੋਵਿੰਸ ਲਾਇਸੈਂਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ $1.3 ਮਿਲੀਅਨ ਖਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਰਜਿਸਟ੍ਰੇਸ਼ਨ ਦੀ ਉਡੀਕ ਮਿਆਦ ਨੂੰ ਮੌਜੂਦਾ 3 ਸਾਲਾਂ ਤੋਂ ਘਟਾ ਕੇ 4 ਤੋਂ 9 ਮਹੀਨੇ ਤੱਕ ਕਰਨ ਦਾ ਵੀ ਟੀਚਾ ਹੈ। BC ਦੇ ਕਾਲਜ ਆਫ ਨਰਸਾਂ ਦੀ CEO ਸਿੰਥੀਆ ਜੌਨਸਨ ਦਾ ਕਹਿਣਾ ਹੈ ਕਿ ਉਹ ਜਾਣਦੇ ਹੈ ਕਿ ਕੈਰੀਅਰ ਦੇ ਸਿਹਤ ਪੇਸ਼ੇ ਨੂੰ ਸੁਰੱਖਿਅਤ ਕਰਨ ਦੀ ਯਾਤਰਾ ਉਹਨਾਂ ਲੋਕਾਂ ਲਈ ਵਧੇਰੇ ਚੁਣੌਤੀਪੂਰਨ ਹੋ ਸਕਦੀ ਹੈ ਜੋ ਇਸ ਦੇਸ਼ ਵਿੱਚ ਨਵੇਂ ਆਏ ਨੇ। ਉਹ ਬੈਂਕਾਰਾਂ ਨੂੰ ਜਲਦੀ ਤੋਂ ਜਲਦੀ ਸਹੀ ਨਰਸਿੰਗ ਭੂਮਿਕਾ ਵਿੱਚ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਨਰਸਾਂ ਲਈ ਮੌਜੂਦਾ 3 ਸਾਲਾਂ ਦੀ ਉਡੀਕ ਨੂੰ ਅਸਵੀਕਾਰਨਯੋਗ ਪੜਾਅ ਗਿਆ ਤੇ ਉਸ ਸਮੇਂ ਐਬੀ ਦਾ ਕਹਿਣਾ ਹੈ ਕਿ ਸਰਕਾਰ ਨੇ ਮਾਰਚ 2024 ਤੱਕ ਅਭਿਆਸ ਤਿਆਰ ਮੁਲਾਂਕਣ ਪ੍ਰੋਗਰਾਮ ਵਿੱਚ ਸੀਟਾਂ ਦੀ ਗਿਣਤੀ ਨੂੰ 3 ਗੁਣਾ ਕਰਨ ਦੀ ਯੋਜਨਾ ਬਣਾਈ ਹੈ। ਇਹ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ ਉੱਤੇ ਪੜ੍ਹੇ ਲਿਖੇ ਪਰਿਵਾਰਕ ਡਾਕਟਰਾਂ ਨੂੰ BC ਵਿੱਚ ਕੰਮ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਉਹਨਾਂ ਨੂੰ ਪੇਂਡੂ ਅਤੇ ਸ਼ਹਿਰੀ ਭਾਈਚਾਰਿਆਂ ਵਿੱਚ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਵਧੇਰੀ ਲੋੜ ਹੁੰਦੀ ਹੈ। ਡਾਕਟਰਸ ਅਤੇ ਉਹਨਾਂ ਨੂੰ ਘੱਟੋ-ਘੱਟ 3 ਸਾਲਾਂ ਲਈ ਉਸ ਪਲੇਸਮੈਂਟ ਉੱਤੇ ਕੰਮ ਕਰਨ ਦੀ ਲੋੜ ਹੁੰਦੀ ਹੈ। ਪਿਛਲੇ ਹਫ਼ਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ,
ਕਿ BC ਵਿੱਚ ਹਸਪਤਾਲ ਦੀ ਦੇਖਭਾਲ ਦੀ ਮੰਗ ਵਧ ਰਹੀ ਹੈ। ਵੀਰਵਾਰ ਤੱਕ ਪੂਰੇ ਸੂਬੇ ਵਿੱਚ 10,000 ਤੋਂ ਵੱਧ ਲੋਕ ਗੰਭੀਰ ਦੇਖਭਾਲ ਵਿੱਚ ਸਨ। ਨਵੇਂ ਸਾਲ ਦੀ ਸ਼ਾਮ ਤੋਂ 6% ਵੱਧ। ਸੋਮਵਾਰ ਨੂੰ ਪ੍ਰਾਂਤ ਨੇ ਫਲੂ, RSV ਅਤੇ ਨੋਵਲ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਸੰਭਾਵਿਤ ਵਾਧੇ ਦਾ ਪ੍ਰਬੰਧਨ ਕਰਨ ਲਈ ਪਹਿਲਾਂ COVID-19 ਲਈ ਸਥਾਪਿਤ ਕੀਤੇ ਗਏ 20 ਹਸਪਤਾਲ ਐਮਰਜੈਂਸੀ ਆਪਰੇਸ਼ਨ ਸੈਂਟਰਾਂ ਨੂੰ ਮੁੜ ਸਰਗਰਮ ਵੀ ਕੀਤਾ ਗਿਆ ਸੀ, ਜਿਹਦੇ ਬਾਅਦ ਹੁਣ ਨਰਸਿਸ ਦੀ ਡਿਮਾਂਡ ਵੀ ਵਧ ਰਹੀ ਹੈ। ਉੱਥੇ ਓਨਟਾਰੀਓ ਵਿੱਚ ਐਲਨਾਜ਼ ਹਸ਼ਤਮੀਰੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਹਦੇ ਵਿੱਚ ਐਲਨਾਜ਼ ਪਿਛਲੇ 1 ਸਾਲ ਤੋਂ ਲਾਪਤਾ ਹੈ ਤੇ ਹਾਲੇ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਹੁਣ ਜਾਣਕਾਰੀ ਪ੍ਰਾਪਤ ਕਰਨ ਲਈ ਲੋਕਾਂ ਦੀ ਮਦਦ ਮੰਗ ਰਹੀ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਜਾਣਕਾਰੀ ਦੇਣ ਵਾਲੇ ਨੂੰ $1 ਲੱਖ ਦਾ ਇਨਾਮ ਦਿੱਤਾ ਜਾਵੇਗਾ। ਓਨਟਾਰੀਓ ਦੀ ਇੱਕ ਔਰਤ ਐਲਨਾਜ਼ ਹਸ਼ਤਮੀਰੀ ਨੂੰ ਪਿਛਲੇ 1 ਸਾਲ ਤੋਂ ਕਿਸੇ ਨੇ ਅਗਵਾ ਕੀਤਾ ਹੋਇਆ ਹੈ। ਪੁਲਿਸ ਹੁਣ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗ ਰਹੀ ਹੈ। ਉਹ 1 ਸਾਲ ਪਹਿਲਾਂ ਗਾਇਬ ਹੋਈ ਓਨਟਾਰੀਓ ਔਰਤ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ $1 ਲੱਖ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰਦੇ ਨੇ। ਐਲਨਾਜ਼ ਨੂੰ ਕਥਿਤ ਤੌਰ ਉੱਤੇ ਵਾਜ਼ਗਾ ਬੀਚ, ਓਨਟਾਰੀਓ ਤੋਂ ਅਗਵਾ ਕੀਤਾ ਗਿਆ ਸੀ। ਜਾਲੀ ਪੁਲਿਸ ਗੇਅਰ ਪਹਿਨੇ 3 ਵਿਅਕਤੀਆਂ ਦੁਆਰਾ ਘਰ ਇੱਕ ਚਿੱਟੇ ਰੰਗ ਦੀ ਲੈਕਸਸ ਵਿੱਚ ਲਿਆ ਗਿਆ ਸੀ। ਪੁਲਿਸ ਨੇ 12 ਜਨਵਰੀ ਨੂੰ ਪਹਿਲੀ ਵਾਰ ਇਹਨਾਂ ਵਿੱਚੋਂ 2 ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ਵੀ ਕੀਤੇ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੈਂਬਰਾਂ ਨੇ ਮਿਸੀਸਾਗਾ ਵਿੱਚ OPP ਡੀਟ ਵਜੋਂ ਅਪਡੇਟ ਪ੍ਰਦਾਨ ਕੀਤੀ ਹੈ। ਇੰਸਪੈਕਟਰ ਮਾਰਟਿਨ ਗ੍ਰਾਹਮ ਨੇ ਜ਼ੋਰ ਦੇ ਕੇ ਕਿਹਾ ਕਿ ਜਾਂਚਕਰਤਾ ਹਜਰਾਮੀਤੀ ਦੀ ਮੌਜੂਦਾ ਸਥਿਤੀ ਬਾਰੇ ਹਲੇ ਅਨਿਸ਼ਚਿਤ ਹਨ। ਉਹਨਾਂ ਦੀ ਸਭ ਤੋਂ ਵੱਡੀ ਉਮੀਦ ਹੈ ਕਿ ਉਹ ਹਲੇ ਜ਼ਿੰਦਾ ਹੈ ਤੇ ਉਹਨਾਂ ਦਾ ਸਭ ਤੋਂ ਵੱਡਾ ਡਰ ਹੈ ਕਿ ਸ਼ਾਇਦ ਨਹੀਂ। ਗ੍ਰਾਹਮ ਨੇ ਇਹ ਵੀ ਕਿਹਾ ਕਿ ਉਸਨੇ ਪੁਲਿਸਿੰਗ ਵਿੱਚ ਆਪਣੇ 30 ਸਾਲਾਂ ਵਿੱਚ ਅਜਿਹਾ ਕੇਸ ਕਦੇ ਨਹੀਂ ਦੇਖਿਆ। ਗ੍ਰਾਹਮ ਨੇ ਇਹ ਵੀ ਕਿਹਾ ਕਿ ਹਸ਼ਤਮੀਰੀ ਦਾ ਪਰਿਵਾਰ ਜਵਾਬਾਂ ਲਈ ਹਤਾਸ਼ ਹੈ ਅਤੇ ਇਨਾਮ ਦੀ ਵੀ ਉਮੀਦ ਕਰਦਾ ਹੈ ਜੋ ਦੋਵਾਂ ਪਰਿਵਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। OPP ਅਤੇ ਯਾਰਕ ਰੀਜਨਲ ਪੁਲਿਸ ਉਸ ਦੇ ਠਿਕਾਣੇ ਬਾਰੇ ਸੁਝਾਅ ਲੈ ਸਕੇਗੀ। ਇੱਕ ਬਿਆਨ ਵਿੱਚ ਹਸ਼ਤਮੀਰੀ ਦੀ ਮਾਂ ਫਰੀਬਾ ਨੇ ਕਿਹਾ ਕਿ ਉਸ ਦਾ ਪਰਿਵਾਰ ਦੁਖੀ ਹੈ ਅਤੇ ਪ੍ਰਾਰਥਨਾ ਕੀਤੀ ਜਾ ਰਹੀ ਹੈ ਕਿ ਕੋਈ ਜਾਣਕਾਰੀ ਦੇਣ ਵਾਲਾ ਅੱਗੇ ਆ ਜਾਵੇ, ਨਹੀਂ ਤਾਂ ਸ਼ਾਇਦ ਕਦੇ ਨਹੀਂ ਜਾਣ ਸਕਣਗੇ ਕਿ ਐਲਨਾਜ਼ ਨਾਲ ਆਖਿਰ ਹੋਇਆ ਕੀ ਸੀ। ਉਹ ਜਾਣਦੇ ਹਨ ਕਿ ਇੱਥੇ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਜਾਣਕਾਰੀ ਹੈ ਅਤੇ ਉਹਨਾਂ ਨੂੰ ਅਪੀਲ ਕਰਦੇ ਨੇ ਕਿ ਐਲਨਾਜ਼ ਲਈ ਨਿਆਂ ਲਿਆਓ। ਉਸ ਦੇ ਅਗਵਾ ਹੋਣ ਤੋਂ 1 ਮਹੀਨਾ ਪਹਿਲਾਂ ਹਸ਼ਤਮੀਰੀ ਉੱਤੇ ਕਥਿਤ ਤੌਰ ਉੱਤੇ ਓਨਟਾਰੀਓ ਦੇ ਰਿਚਮੰਡ ਹਿੱਲ ਵਿੱਚ ਇੱਕ ਭੂਮੀਗਤ ਪਾਰਕਿੰਗ ਵਿੱਚ ਤੱਲਣ ਵਾਲੇ ਪੈਨ ਨਾਲ ਵੀ ਹਮਲਾ ਕੀਤਾ ਗਿਆ ਸੀ। 35 ਸਾਲਾ ਮੁਹੰਮਦ ਲੀਲੋ ਉੱਤੇ ਉਸ ਘਟਨਾ ਦੇ ਸੰਬੰਧ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਮਿਸੀਸਾਗਾ ਦੇ ਰਿਆਸਤ ਸਿੰਘ ਜੋ ਕਿ 23 ਸਾਲ ਦੇ ਨੇ ਅਤੇ ਬ੍ਰਾਂਪਟਨ ਦੇ 24 ਸਾਲਾ ਹਰਸ਼ਦੀਪ ਬਿਨਰ ਜੋ ਕਿ ਕੈਨੇਡਾ ਵਿਆਪੀ ਵਾਰੰਟ ਉੱਤੇ ਲੋੜੀਂਦੇ ਸਨ, ਉਹਨਾਂ ਨੂੰ ਵੀ ਉਸ ਹਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ ਲਗਾਏ ਗਏ ਸਨ। ਹਸ਼ਤਮੀਰੀ ਦੇ 2022 ਦੇ ਲਾਪਤਾ ਹੋਣ ਤੋਂ ਬਾਅਦ ਲੀਲੋ ਉੱਤੇ ਵੀ ਅਗਵਾ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਪਰ ਪੁਲਿਸ ਅਜੇ ਵੀ 3 ਹੋਰ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਹਸ਼ਤਮੀਰੀ ਦੀ ਭੈਣ ਆਇਸਾ ਦੇ ਅਨੁਸਾਰ ਪੁਲਿਸ ਨੇ ਹਸ਼ਤਮੀਰੀ ਨੂੰ ਕਥਿਤ ਤੌਰ ਉੱਤੇ ਉਸਦੇ ਸਾਬਕਾ ਬॉयਫ੍ਰੈਂਡ ਤੋਂ ਧਮਕੀਆਂ ਮਿਲਣ ਤੋਂ ਬਾਅਦ ਅਸਥਾਈ ਤੌਰ ਤੇ ਤਬਦੀਲ ਹੋਣ ਲਈ ਕਿਹਾ ਸੀ, ਜਿਸ ਕਾਰਨ ਉਹ ਆਪਣੇ ਕਥਿਤ ਅਗਵਾ ਦੇ ਸਮੇਂ ਵਸਾਗਾ ਬੀਚ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਪੁਲਿਸ ਜਾਂਚ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨੂੰ OPP ਗੈਰ ਐਮਰਜੈਂਸੀ ਲਾਈਨ 1888-310-1122 ਤੇ ਕਾਲ ਕਰਨ ਲਈ ਕਹਿ ਰਹੀ ਹੈ। ਵਿਕਲਪਕ ਤੌਰ ਉੱਤੇ ਕੋਈ ਵੀ ਵਿਅਕਤੀ ਜੋ ਗੁੰਮਨਾਮ ਤੌਰ ਉੱਤੇ ਟਿਪ ਜਮ੍ਹਾਂ ਕਰਨਾ ਚਾਹੁੰਦਾ ਹੈ, ਉਹ ontariocrimestoppers.ca ਉੱਤੇ ਅਜਿਹਾ ਕਰ ਸਕਦਾ ਹੈ। ਜਨਤਾ ਦੇ ਮੈਂਬਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹੈਸ਼ਟੈਗ ਦੀ ਵਰਤੋਂ ਕਰਦੇ ਹੋਏ ਪਹਿਲਾਂ ਜਾਰੀ ਕੀਤੀ ਗਈ ਸੋਸ਼ਲ ਮੀਡੀਆ ਜਾਣਕਾਰੀ ਅਤੇ ਐਲਨਾਜ਼ ਦੀਆਂ ਫੋਟੋਆਂ ਸਾਂਝੀ ਕਰਨ ਵਿੱਚ ਲਗਾਤਾਰ ਮਦਦ ਕਰਦੇ ਰਹਿਣ। Elnaz Hashtamiri has been missing for 1 year. On January 12, 2022, she went missing from an address in Wasaga Beach. Police continue to investigate, and the OPP and York Regional Police are now offering a $100,000 reward for information on her location.
If you can assist, please call Crime Stoppers or the OPP at 1-888-310-1122. ਟਰਾਂਸਪੋਰਟੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮੈਸੀ ਟਨਲ ਨੂੰ ਬਦਲਿਆ ਜਾਵੇਗਾ, ਜਿਹਦੇ ਲਈ 8 ਲੇਨ ਵਾਲੀ ਟਿਊਬ ਟਨਲ ਬਣਵਾਈ ਜਾਵੇਗੀ। ਇਹ ਟਨਲ ਦੀ ਕੰਸਟਰਕਸ਼ਨ 2025 ਵਿੱਚ ਸ਼ੁਰੂ ਹੋ ਜਾਵੇਗੀ ਅਤੇ 2030 ਤੱਕ ਪਬਲਿਕ ਯੂਜ਼ ਲਈ ਖੋਲ ਦਿੱਤੀ ਜਾਵੇਗੀ। ਉੱਥੇ ਡੈਲਟਾ ਦੇ ਕੁਝ ਨਿਵਾਸੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਡੈਲਟਾ ਦੇ ਸ਼ਹਿਰ ਨੇ ਮੈਸੀ ਟਨਲ ਬਦਲਣ ਵਿੱਚ ਰਿਵਰ ਰੋਡ ਓਵਰਪਾਸ ਗਾਇਬ ਹੋਣ ਦਾ ਵਿਰੋਧ ਕੀਤਾ ਹੈ। ਡੈਲਟਾ ਸਿਟੀ ਲੈਡਨਰ ਵਿਖੇ ਮੈਸੀ ਟਨਲ ਦੇ ਨੇੜੇ ਹਾਈਵੇ 99 ਦੀ ਦੂਜੀ ਕ੍ਰਾਸਿੰਗ ਸਥਾਪਿਤ ਕਰਨ ਨੂੰ ਮਿਊਨਿਸਪੈਲਿਟੀ ਦੇ ਉਸ ਖੇਤਰ ਵਿੱਚ ਵਿਕਾਸ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਮੰਨਦੀ ਹੈ। ਇਸ ਲਈ ਅਧਿਕਾਰੀ 4.15 ਬਿਲੀਅਨ ਡਾਲਰ ਸੁਰੰਗ ਬਦਲਣ ਦੇ ਪ੍ਰੋਜੈਕਟ ਤੋਂ ਇਸ ਦੇ ਸਪਸ਼ਟ ਤੌਰ ਉੱਤੇ ਬੇਦਖਲੀ ਦਾ ਵਿਰੋਧ ਕਰ ਰਹੇ ਹਨ। ਡਾਇਲਨ ਕਰੂਗਰ ਡੈਲਟਾ ਦੇ ਕਾਰਜਕਾਰੀ ਮੇਅਰ ਅਤੇ ਮੈਟਰੋ ਵੈਨਕੂਵਰ ਦੇ ਜਾਰਜ ਮੈਸਕੀ ਕ੍ਰਾਸਿੰਗ ਟਾਸਕ ਫੋਰਸ ਦੇ ਸਹਿ-ਚੇਅਰ ਦਾ ਕਹਿਣਾ ਹੈ ਕਿ ਲੈਡਨਰ ਅਤੇ ਸਾਰੇ ਡੈਲਟਾ ਲਈ ਦੂਜਾ ਓਵਰਪਾਸ ਹੋਣਾ ਬਹੁਤ ਜ਼ਰੂਰੀ ਸੀ। ਓਵਰਪਾਸ ਰਿਵਰ ਰੋਡ ਉੱਤੇ ਹੋਣ ਦਾ ਇਰਾਦਾ ਪਿਛਲੇ BC ਦਾ ਹਿੱਸਾ ਸੀ। ਲਿਬਰਲ ਸਰਕਾਰ ਦੇ 3.5 ਬਿਲੀਅਨ ਡਾਲਰ ਪੁਲ ਪ੍ਰੋਜੈਕਟ ਨੂੰ ਉਸ ਸਮੇਂ ਦੇ ਪ੍ਰੀਮੀਅਰ ਜੌਨ ਹੌਰਗਨ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਫਿਰ ਬਾਅਦ ਵਿੱਚ ਉਸ ਦੀ ਸਰਕਾਰ ਦੀ ਸੁਰੰਗ ਬਦਲਣ ਵਿੱਚ ਸ਼ੁਰੂਆਤੀ ਡਰਾਇੰਗਾਂ ਵਿੱਚ ਸ਼ਾਮਿਲ ਕੀਤਾ ਗਿਆ ਸੀ। ਅਕਤੂਬਰ 2019 ਦੀ ਸੁਰੰਗ ਦੀ ਸੰਕਲਪ ਯੋਜਨਾ ਉੱਤੇ ਪੇਸ਼ਕਾਰੀ ਦੇ ਪੰਨੇ ਹਾਈਵੇ 99 ਦੇ ਪੂਰਬ ਵਾਲੇ ਪਾਸੇ 60ਵੇਂ ਐਵੇਨਿਊ ਨਾਲ ਲਿੰਕ ਹੋਣ ਵਾਲੇ ਰਿਵਰ ਰੋਡ ਓਵਰਪਾਸ ਦੀ ਰੂਪਰੇਖਾ ਨੂੰ ਦਰਸਾਉਂਦੇ ਹੋਏ ਮੈਟਰੋ ਵੈਨਕੂਵਰ ਦੀ ਮੈਸੀ ਕ੍ਰਾਸਿੰਗ ਟਾਸਕ ਫੋਰਸ ਨੂੰ ਇੱਕ ਰਿਪੋਰਟ ਵਿੱਚ ਸ਼ਾਮਿਲ ਵੀ ਕੀਤਾ ਗਿਆ ਸੀ। ਡੈਲਟਾ ਦੇ ਇੰਜੀਨੀਅਰਿੰਗ ਦੇ ਨਿਰਦੇਸ਼ਕ ਸਟੀਵਨ ਲੈਨ ਨੇ ਇੱਕ ਪੱਤਰ ਨੇ ਨੋਟ ਕੀਤਾ ਕਿ ਓਵਰਪਾਸ ਲਈ ਸੰਕਲਪ ਨੂੰ ਆਵਾਜਾਈ ਮੰਤਰਾਲੇ ਦੁਆਰਾ ਘੱਟੋ-ਘੱਟ 5 ਵਾਰ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਮੈਟਰੋ ਵੈਨਕੂਵਰ ਦੀ ਟਾਸਕ ਫੋਰਸ, ਰਿਚਮੰਡ ਅਤੇ ਡੈਲਟਾ ਕੌਂਸਲਾਂ ਅਤੇ ਦੋਵਾਂ ਭਾਈਚਾਰਿਆਂ ਵਿੱਚ ਜਨਤਕ ਸੂਚਨਾ ਮੀਟਿੰਗ ਵੀ ਸ਼ਾਮਿਲ ਸਨ। ਕਰੂਗਰ ਨੇ ਕਿਹਾ ਕਿ ਓਵਰਪਾਸ ਰਿਵਰ ਰੋਡ ਉਤੇ ਪੂਰਬ ਪੱਛਮੀ ਯਾਤਰਾ ਨੂੰ ਮੁੜ ਸਥਾਪਿਤ ਕਰੇਗਾ, ਜਿਸ ਨੂੰ ਹਾਈਵੇ 99 ਦੇ ਨਿਰਮਾਣ ਦੁਆਰਾ ਰੋਕਿਆ ਗਿਆ ਸੀ ਅਤੇ ਨਾਲ ਹੀ ਵਿਕਾਸ ਦਾ ਸਮਰਥਨ ਕੀਤਾ ਗਿਆ ਸੀ। ਕਰੂਗਰ ਨੇ ਇਹ ਵੀ ਕਿਹਾ ਕਿ ਸਾਡੀ ਬਹੁਤ ਸਾਰੀ ਕਮਿਊਨਿਟੀ ਅਤੇ ਖੇਤਰੀ ਯੋਜਨਾਬੰਦੀ ਉਸ ਦੂਜੀ ਪਾਰ ਹੋਣ ਦੀ ਸੰਭਾਵਨਾ ਉੱਤੇ ਆਧਾਰਿਤ ਹੈ। ਮੰਤਰਾਲੇ ਦੇ ਸੰਚਾਰ ਨਿਰਦੇਸ਼ਕ ਡੇਵ ਕਰੀਬੋ ਦੇ ਇੱਕ ਬਿਆਨ ਅਨੁਸਾਰ ਮੰਤਰਾਲੇ ਦੇ ਦ੍ਰਿਸ਼ਟੀਕੋਣ ਤੋਂ ਓਵਰਪਾਸ ਨੂੰ ਪ੍ਰੋਜੈਕਟ ਦੇ ਦਾਇਰੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਿਸ ਨੂੰ ਹੁਣ ਹਾਈਵੇ 99 ਸੁਰੰਗ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਹੈ। ਹਾਈਵੇ 99 ਸੁਰੰਗ ਪ੍ਰੋਗਰਾਮ ਲਈ ਯੋਜਨਾਵਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਤੇ ਨਾਲ ਹੀ ਕਰੀਬੋ ਨੇ ਇਹ ਵੀ ਕਿਹਾ ਕਿ ਰਿਵਰ ਰੋਡ ਉਤੇ ਇੱਕ ਓਵਰਪਾਸ ਦੇ ਤਕਨੀਕੀ ਵਿਸ਼ਲੇਸ਼ਣ ਅਤੇ ਸੰਕਲਪਿਤ ਡਰਾਇੰਗਾਂ ਨੂੰ ਇਹ ਦਰਸਾਉਣ ਲਈ 2019 ਅਤੇ 2020 ਵਿੱਚ ਪੂਰਾ ਕੀਤਾ ਗਿਆ ਸੀ ਕਿ ਇੱਕ ਓਵਰਪਾਸ ਦੇ ਭਵਿੱਖ ਦੇ ਨਿਰਮਾਣ ਨੂੰ ਇੱਕ ਨਵੇਂ ਫਰੇਜ਼ਰ ਰਿਵਰ ਕ੍ਰਾਸਿੰਗ ਦੁਆਰਾ ਰੋਕਿਆ ਨਹੀਂ ਜਾਵੇਗਾ। BC ਹਾਈਡਰੋ ਦੀਆਂ ਮੁੱਖ ਟਰਾਂਸਮਿਸ਼ਨ ਲਾਈਨਾਂ ਮੌਜੂਦਾ ਮੈਸੀ ਸੁਰੰਗ ਦੇ ਨਾਲ ਫਰੇਜ਼ਰ ਨਦੀ ਦੇ ਹੇਠਾਂ ਚੱਲਦੀਆਂ ਹਨ, ਪਰ ਉਪਯੋਗਤਾ ਉਸ ਬੁਨਿਆਦੀ ਢਾਂਚੇ ਨੂੰ ਓਵਰਹੈੱਡ ਤਾਰਾਂ ਨਾਲ ਬਦਲਣ ਜਾ ਰਹੀ ਸੀ, ਜੋ ਪਿਛਲੇ ਪੁਲ ਦੇ ਹਿੱਸੇ ਵਜੋਂ ਬਹੁਤ ਉੱਚੇ ਟਾਵਰਾਂ ਤੋਂ ਟੁੱਟੀਆਂ ਹੋਈਆਂ ਸਨ। ontario ਵਿੱਚ ਰਹਿਣ ਵਾਲੀ ਇੱਕ ਮਾਂ ਵੱਲੋਂ ਆਪਣੇ ਸਿੱਖ ਬੱਚਿਆਂ ਲਈ ਮਲਟੀ ਸਪੋਰਟਸ ਹੈਲਮਟ ਡਿਜ਼ਾਈਨ ਕੀਤਾ ਗਿਆ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹ ਖਿਆਲ ਉਹਨਾਂ ਦੇ ਦਿਮਾਗ ਵਿੱਚ ਉਦੋਂ ਆਇਆ ਜਦੋਂ ਆਪਣੇ ਬੱਚਿਆਂ ਲਈ ਹੈਲਮਟ ਲੱਭਣ ਮਾਰਕੀਟ ਵਿੱਚ ਗਈ ਤੇ ਪਤਾ ਲੱਗਿਆ ਕਿ ਸਿੱਖ ਬੱਚਿਆਂ ਲਈ ਕਦੇ ਹੈਲਮਟ ਬਣਿਆ ਹੀ ਨਹੀਂ। ਤੇ ਤੁਹਾਨੂੰ ਦੱਸ ਦਈਏ ਅਪਡੇਟ ਦੇ ਤੌਰ ਉੱਤੇ ਇਹਨਾਂ ਦੇ ਡਿਜ਼ਾਈਨਸ ਨੂੰ ਹੁਣ ਇੰਟਰਨੈਸ਼ਨਲ ਪੱਧਰ ਤੇ ਲਿਜਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਇੱਕ ਭਾਰਤੀ ਮੂਲ ਦੀ ਮਾਂ ਨੇ ਸਿੱਖ ਬੱਚਿਆਂ ਲਈ ਸੁਰੱਖਿਆ ਪ੍ਰਮਾਣਿਤ ਮਲਟੀ ਸਪੋਰਟ ਹੈਲਮਟ ਤਿਆਰ ਕੀਤਾ ਹੈ। ਟੀਨਾ ਸਿੰਘ ਪਿਛਲੇ 2 ਸਾਲਾਂ ਤੋਂ ਇਸ ਮਾਡਲ ਉੱਤੇ ਕੰਮ ਕਰ ਰਹੀ ਹੈ ਅਤੇ ਹੁਣ ਇਹ ਉਤਪਾਦਨ ਵਿੱਚ ਹੈ ਅਤੇ 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਸਾਈਕਲਿੰਗ, ਇਨਲਾਈਨ ਸਕੇਟ, ਕਿਕ ਸਕੂਟਰ ਅਤੇ ਸਕੇਟਬੋਰਡਿੰਗ ਨਾਲ ਵਰਤੋਂ ਲਈ ਪ੍ਰਮਾਣਿਤ ਹੈ। ontario ਵਿੱਚ ਰਹਿਣ ਵਾਲੀ ਟੀਨਾ ਸਿੰਘ ਨੇ ਆਪਣੇ ਵਰਗੇ ਸਿੱਖ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਹਿਲਾ ਸੁਰੱਖਿਆ ਪ੍ਰਮਾਣਿਤ ਮਲਟੀ ਸਪੋਰਟ ਹੈਲਮਟ ਡਿਜ਼ਾਈਨ ਕੀਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਡਲ ਨੂੰ ਉਸ ਸਮੇਂ ਡਿਜ਼ਾਈਨ ਕੀਤਾ ਗਿਆ ਸੀ ਜਦੋਂ ਉਸ ਨੂੰ ਆਪਣੇ ਪੁੱਤਰਾਂ ਦੀਆਂ ਪੱਗਾਂ ਦੇ ਅਨੁਕੂਲਣ ਲਈ ਮਾਰਕੀਟ ਵਿੱਚ ਕੋਈ ਹੈਲਮਟ ਨਹੀਂ ਮਿਲਿਆ। ਅਸਲ ਵਿੱਚ ਹੈਲਮਟ ਬੱਚੇ ਦੇ ਵਾਲਾਂ ਨੂੰ ਸਿਖਰ ਉੱਤੇ ਗੁੰਬਦ ਵਾਲੇ ਹਿੱਸੇ ਨਾਲ ਫਿੱਟ ਕਰਨ ਦੀ ਦੋਹਰੀ ਜ਼ਰੂਰਤ ਨੂੰ ਪੂਰਾ ਕਰਦਾ ਹੈ ਅਤੇ ਉਸੇ ਸਮੇਂ ਹੈਲਮਟ ਨੂੰ ਜਿਸ ਤਰ੍ਹਾਂ ਫਿੱਟ ਕਰਨਾ ਚਾਹੀਦਾ ਹੈ, ਯਾਨੀ ਕਿ ਪਰਵੱਟੇ ਦੇ ਉੱਪਰ ਦੇ ਉਂਗਲਾਂ ਦੀ ਖਾਲੀ ਥਾਂ ਅਤੇ ਕੰਨ ਦੇ ਦੁਆਲੇ ਵੀ ਆਕਾਰ ਬਣਾਉਣ ਲਈ। ਤੇ ਦਸੰਬਰ 2022 ਵਿੱਚ ਉਸ ਦੀ ਨਵੀਨਤਾ ਨੂੰ ਅੰਤਰਰਾਸ਼ਟਰੀ ਟੈਸਟਿੰਗ ਕੰਪਨੀ SGS ਤੋਂ ਪਾਸਿੰਗ ਗ੍ਰੇਡ ਵੀ ਪ੍ਰਾਪਤ ਹੋਇਆ ਸੀ। ਟੀਨਾ ਦਾ ਆਪਣੇ ਬੱਚਿਆਂ ਲਈ ਹੈਲਮਟ ਡਿਜ਼ਾਈਨ ਅਤੇ ਬਣਾਉਣ ਦਾ ਸਫ਼ਰ ਉਦੋਂ ਸ਼ੁਰੂ ਹੋਇਆ ਜਦੋਂ ਉਸਦੇ ਬੱਚਿਆਂ ਨੇ ਸਾਈਕਲ ਚਲਾਉਣਾ ਸਿੱਖਣਾ ਸ਼ੁਰੂ ਕੀਤਾ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਮਾਰਕੀਟ ਵਿੱਚ ਉਪਲਬਧ ਕੋਈ ਵੀ ਹੈਲਮਟ ਉਸਦੇ ਪੁੱਤਰਾਂ ਦੀਆਂ ਪੱਗਾਂ ਵਿੱਚ ਫਿੱਟ ਨਹੀਂ ਹੁੰਦਾ ਤੇ ਵਿਕਲਪ ਵਿੱਚ ਉਸ ਨੂੰ ਵੱਡੇ ਹੈਲਮਟ ਲੈਣੇ ਪਏ ਜੋ ਠੀਕ ਨਹੀਂ ਬੈਠਦੇ ਸਨ ਅਤੇ ਆਪਣੇ ਬੱਚਿਆਂ ਦੇ ਵਾਲਾਂ ਨੂੰ ਅਨੁਕੂਲਿਤ ਕਰਨ ਲਈ ਇੱਕ ਅੰਦਰੋਂ ਝੱਗ ਕੱਢ ਲੈਂਦੇ ਸਨ ਜਾਂ ਹੈਲਮਟ ਨੂੰ ਖੁਦ ਹੀ ਖੋਦ ਦਿੰਦੇ ਸਨ। ਦੋਵੇਂ ਵਿਕਲਪ ਜੋ ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਕਰਦੇ ਸਨ। ਹਾਕੀ ਫॉर ਯੂਥ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੰਸਥਾਪਕ ਮੋਜ਼ੀਨ ਹਾਸ਼ਮ ਨੇ ਦੱਸਿਆ ਕਿ ਇਹ ਹੈਲਮਟ ਇੱਕ ਸੰਮਿਲਿਤ ਸਥਾਨ ਬਣਾਉਣ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਦੀ ਭਾਗੀਦਾਰੀ ਵਿੱਚ ਸ਼ਮੂਲੀਅਤ ਅਤੇ ਵਿਭਿੰਨਤਾ ਦਾ ਪ੍ਰਦਰਸ਼ਨ ਵੀ ਹੈ। ਜਿੱਥੋਂ ਤੱਕ ਉਸਦੇ ਬੱਚਿਆਂ ਨੂੰ ਹੈਲਮਟ ਪਹਿਨਦੇ ਹੋਏ ਦੇਖਣ ਲਈ ਉਹਨੇ ਆਪ ਮਿਹਨਤ ਕੀਤੀ ਹੈ। ਬੱਚਿਆਂ ਦੀ ਮਾਂ ਨੇ ਕਿਹਾ ਕਿ ਇਹ ਪਲ ਉਹਨਾਂ ਦੇ ਲਈ ਬਹੁਤ ਸੁੰਦਰ ਅਤੇ ਅਨੋਖਾ ਹੈ। ਉਹਨਾਂ ਨੇ ਜੋ ਕੁਝ ਵੀ ਕੀਤਾ ਆਪਣੇ ਬੱਚਿਆਂ ਲਈ ਤੇ ਅਸਲ ਵਿੱਚ ਇਸ ਦਾ ਲਾਭ ਪ੍ਰਾਪਤ ਕਰਦੇ ਹੋਏ ਦੇਖਣਾ ਉਹਦੇ ਲਈ ਹੈਰਾਨੀਜਨਕ ਹੈ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਜਾਣ ਤੋਂ ਪਹਿਲਾਂ ਇੱਕ ਰੁਖ ਅੱਜ ਦੀਆਂ ਕੁਝ ਤਮਾਮ ਹੈਡਲਾਈਨਸ ਤੇ। PNP ਦੀ ਅਰਜ਼ੀ ਦੇਣ ਲਈ ਸੱਦੇ ਹੋਏ ਪੇਸ਼ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਕੀਤੇ ਸਨ ਜਾਰੀ। IRCC ਵੱਲੋਂ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਲਈ ਆਈ ਸੀ ਵੱਡੀ ਅਪਡੇਟ। ਕੀਤੀਆਂ ਅਤੇ ਸ਼੍ਰੇਣੀਆਂ ਦੇ ਆਧਾਰ ਉੱਤੇ ਮਿਲ ਸਕਦੇ ਨੇ ਅਰਜ਼ੀ ਦਾ ਸੱਦਾ। ਵੈਂਕੂਵਰ ਟ੍ਰਾਂਸਲਿੰਕ ਵੱਲੋਂ ਯਾਤਰੀਆਂ ਲਈ ਵੱਡੀ ਅਪਡੇਟ। ਸਕਾਈ ਟ੍ਰੇਨ ਜਾਂ ਬੱਸਾਂ ਵਿੱਚ ਹੁਣ ਟੈਪ ਕਰ ਸਕਣਗੇ ਡੈਬਿਟ ਕਾਰਡ। ਨਰਸਾਂ ਲਈ ਲਾਇਸੈਂਸ ਨੂੰ ਸੁਚਾਰੂ ਬਣਾਉਣ ਦੀ ਯੋਜਨਾ। BC ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕੀਤਾ ਐਲਾਨ। ਓਨਟਾਰੀਓ ਦੀ ਅਲਨਾਜ਼ ਨੂੰ ਅਗਵਾ ਕਰਨ ਦਾ ਮਾਮਲਾ। ਜਾਣਕਾਰੀ ਦੇਣ ਵਾਲੇ ਨੂੰ $1 ਲੱਖ ਦਾ ਇਨਾਮ।